आप लिहो तुम कथा सुधारी। सतनाम श्री वाहिगुरु साहिब जी। तब लगते हरकत नर भेजियो, श्री सतगुर टिकले बुलाए। गुर अंचर कर जोर दीन, कह शरण शरण रखो सुखदाए। परे अगारी गह पग पंकज, दृगते निरकत जल टिकाए। सिमहो सिमहो प्रभ हमहो, आप अब करी उचित ही दई सजाए। वाहिगुरु जी का खालसा, वाहिगुरु जी की फतेह। गुरु महाराज ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਮਨੁੱਖੀ ਜਨਮ ਅਤੇ ਇਸ ਕੀਮਤੀ ਸਮਾਂ ਸਫਲਾ ਕਰ ਰਹੇ ਹੋ। ਗੁਰੂ ਕੀ ਪਵਿੱਤਰ ਪਾਵਨ ਗੁਰਬਾਣੀ ਦੇ ਸੋਧਾ ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਨੇ ਔਰ ਪੰਥ ਪ੍ਰਸਿੱਧ ਗੁਰੂ ਘਰ ਦੇ ਕੀਰਤਨੀਏ ਭਾਈ ਦਵਿੰਦਰ ਪ੍ਰਤਾਪ ਸਿੰਘ ਜੀ ਦੇ ਜਥੇ ਪਾਸੋਂ ਬੜਾ ਹੀ ਰਸ ਭਿੰਨਾ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਫਿਰ ਆਪਣੀਆਂ ਸੁਰਤੀਆਂ ਨੂੰ ਜੋੜੀਏ। ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾ ਰਹੇ ਨੇ। ਹੁਣ ਕਥਾ ਆ ਰਹੀ ਹੈ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਜੋ ਰਾਮ ਕਲੀ ਕੀ ਵਾਰ ਹੈ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਇਹ ਵਾਰ ਕਿਉਂ ਲਿਖੀ, ਕਿਵੇਂ ਲਿਖੀ ਗਈ, ਉਹ ਕਥਾ ਚੱਲ ਰਹੀ ਹੈ। ਜਦੋਂ ਭਾਈ ਸਾਹਿਬ ਜੀ ਗੁਰੂ ਘਰ ਤੋਂ ਕੁਝ ਸਮੇਂ ਲਈ ਦੂਰ ਹੋ ਗਏ ਤੇ ਭਾਈ ਲੱਧਾ ਪਰਉਪਕਾਰੀ, ਲਾਹੌਰ ਦਾ ਰਹਿਣ ਵਾਲਾ ਗੁਰਸਿੱਖ, ਸਤਿਗੁਰੂ ਜੀ ਦੇ ਬਚਨ ਪੂਰੇ ਕਰਨ ਲਈ ਆਪ ਆਪਣਾ ਮੁਖ ਕਾਲਾ ਕਰਕੇ ਗਧੇ ਤੇ ਬੈਠ ਕੇ ਲਾਹੌਰ ਤੋਂ ਆਇਆ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੋ ਆਪ ਜੀ ਨੇ ਸ਼ਰਤ ਰੱਖੀ ਸੀ ਉਹ ਮੈਂ ਪੂਰੀ ਕੀਤੀ ਹੈ, ਆਪ ਦਾ ਬਚਨ ਪੂਰਾ ਕੀਤਾ ਹੈ, ਕਿਰਪਾ ਕਰੋ ਗਰੀਬ ਨਵਾਜ਼। ਭਾਈ ਸੱਤੇ ਤੇ ਬਲਵੰਡੇ ਨੂੰ ਫਿਰ ਗੁਰੂ ਘਰ ਦੀ ਸੇਵਾ ਬਖਸ਼ੋ ਤੇ ਫਿਰ ਗੁਰਬਾਣੀ ਦਾ ਕੀਰਤਨ ਉਹਨਾਂ ਕੋਲੋਂ ਸਰਵਣ ਕਰੋ। ਕਿਸ ਤਰ੍ਹਾਂ ਭਾਈ ਲੱਧਾ ਜੀ ਬੇਨਤੀ ਕਰ ਰਹੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਲੱਦੇ ਹਰਕਤ ਨਰ ਭੇਜਿਓ। ਜਦੋਂ ਸਤਿਗੁਰਾਂ ਨੇ ਆਖਿਆ ਜਾਓ ਭਾਈ ਲੱਧਾ ਜੀ, ਤੁਸੀਂ ਉਹਨਾਂ ਨੂੰ ਬੁਲਾ ਲਿਆਓ, ਤੇ ਭਾਈ ਲੱਧੇ ਨੇ ਆਪਣਾ ਇੱਕ ਬੰਦਾ ਭੇਜਿਆ ਹੈ। ਸ਼੍ਰੀ ਸਤਿਗੁਰ ਢਿਕਲੇ ਬੁਲਾਏ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੂੰ ਸਤਿਗੁਰਾਂ ਦੇ ਕੋਲ ਸੱਦ ਲਿਆ ਹੈ। ਗੁਰ ਅੰਚਰ ਕਰ ਜੋਰ ਦੀਨ ਕਹੈ। ਗਰ ਅੰਚਰ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ ਤੇ ਹੱਥ ਜੋੜ ਕੇ ਕਹਿੰਦੇ ਹਨ ਨਿਮਾਣੇ ਹੋ ਕੇ, ਸ਼ਰਨ ਸ਼ਰਨ ਰੱਖੋ ਸੁਖਦਾਇ। ਇਹ ਸਤਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ, ਤੇ ਆਪਣੀ ਸ਼ਰਨ ਵਿੱਚ ਹੀ ਰੱਖ ਲਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ। ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਇਸ ਤਰ੍ਹਾਂ ਭਾਈ ਸੱਤਾ ਜੀ, ਭਾਈ ਬਲਵੰਡ ਜੀ ਬੇਨਤੀ ਕਰਦੇ ਹਨ। ਪਰੇ ਅਗਾਰੀ ਗਹਿ ਪਗ ਪੰਕਜ, ਔਰ ਮਹਾਰਾਜ ਦੇ ਚਰਨ ਫੜ ਲਏ ਤੇ ਚਰਨਾਂ ਤੇ ਟਹਿ ਪਏ। ਦ੍ਰਿਗਤੇ ਨਿਰਗਤ ਜਲ ਡਿਗਾਏ। ਭਾਈ ਸੱਤਾ ਜੀ ਤੇ ਬਲਵੰਡ ਜੀ ਦੇ ਨੇਤਰਾਂ 'ਚ ਬੈਰਾਗ ਦਾ ਜਲ ਛਾਇਆ ਹੋਇਆ, ਅੱਖਾਂ 'ਚੋਂ ਹੰਝੂ ਵਗਦੇ ਹਨ। ਸਿਮਹੋ ਸਿਮਹੋ ਪ੍ਰਭ ਹਮਹੋ, ਆਪ ਅਬ ਕਰੀ ਉਚਿਤ। ਛਿਮੋ ਛਿਮੋ ਪ੍ਰਭ ਹਮੋ ਆਪ ਅਬ। ਹੇ ਮਹਾਰਾਜ ਜੀ, ਹੁਣ ਸਾਨੂੰ ਬਖਸ਼ ਲਓ, ਹੁਣ ਸਾਨੂੰ ਬਖਸ਼ ਲਓ। ਕਰੀ ਉਚਿਤ ਇਹ ਦਈ ਸਜਾਏ। ਆਪ ਜੀ ਨੇ ਠੀਕ ਕੀਤਾ ਜੋ ਸਾਨੂੰ ਇਹ ਸਜ਼ਾ ਦਿੱਤੀ ਹੈ।
ਸਾਡਾ ਮਨ ਨਿਰਮਲ ਹੋ ਗਿਆ। ਸਾਧ ਸੰਗਤ ਜੀ, ਦੁੱਖ ਦਾਰੂ ਸੁਖ ਰੋਗ ਪਿਆ। ਜਦੋਂ ਬੰਦੇ ਦੀ ਜ਼ਿੰਦਗੀ 'ਚ ਦੁੱਖ ਆਉਂਦਾ ਨਾ, ਉਹਦੇ ਜਿਹੜੇ ਪਾਪ ਕਰਮ ਹੁੰਦੇ ਸਾਰੇ ਕੱਟ ਦਿੰਦੇ। ਦੁੱਖ ਦਾਰੂ ਹੈ। ਪਰਮਾਤਮਾ ਦੀ ਯਾਦ ਆਉਂਦੀ ਹੈ, ਬੰਦੇ ਦੇ ਮਨ 'ਚ ਨਿਮਰਤਾ ਆਉਂਦੀ ਹੈ, ਹੰਕਾਰ ਮਿਟਦਾ ਹੈ। ਸੋ ਇਸ ਕਰਕੇ ਦੁੱਖ ਨੂੰ ਦਾਰੂ ਕਿਹਾ। ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਕਹਿੰਦੇ, ਮਹਾਰਾਜ ਜਿਹੜਾ ਇਹ ਸਾਨੂੰ ਦੁੱਖ ਮਿਲਿਆ ਹੈ, ਇਹ ਆਪ ਜੀ ਨੇ ਚੰਗਾ ਕੀਤਾ ਹੈ। ਸ੍ਰੀ ਅਰਜਨ ਤਬ ਕਹਿਓ ਤਿਨਹੁ ਕਹੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸੱਤਾ ਜੀ ਬਲਵੰਡ ਜੀ ਨੂੰ ਕਹਿਣ ਲੱਗੇ, ਸਿੱਖ ਲੱਦੇ ਕੋ ਪਾਵ ਉਪਕਾਰ। ਇਹ ਭਾਈ ਲੱਦੇ ਦਾ ਪਰਉਪਕਾਰ ਹੈ ਤੁਹਾਡੇ ਉੱਤੇ। ਇਸ ਕੇ ਕਹੇ ਬਖਸ਼ ਤੁਮ ਦੀਨੇ। ਅਸੀਂ ਤੁਹਾਨੂੰ ਇਹਨਾਂ ਦੇ ਕਿਹਾ ਬਖਸ਼ ਦਿੱਤਾ ਹੈ। ਬਹੁਰ ਵਿਕਾਰ ਨ ਕਰੋ ਹੰਕਾਰ। ਮਨ ਵਿੱਚ ਹੁਣ ਹੰਕਾਰ ਨਹੀਂ ਕਰਨਾ, ਆਪਣੇ ਗੁਣ ਦਾ, ਆਪਣੀ ਵਿਦਿਆ ਦਾ ਮਾਣ ਨਹੀਂ ਕਰਨਾ, ਕਿਉਂਕਿ ਸਾਰੇ ਵਿਕਾਰ ਹੰਕਾਰ ਤੋਂ ਹੀ ਪੈਦਾ ਹੁੰਦੇ। ਜਦੋਂ ਬੰਦੇ 'ਚ ਹੰਕਾਰ ਆ ਜਾਂਦਾ, ਉਹਦੇ 'ਚ ਕਾਮ ਵੀ ਆ ਜਾਂਦਾ, ਉਹਦੇ 'ਚ ਕ੍ਰੋਧ ਵੀ ਆ ਜਾਂਦਾ, ਉਹਦੇ 'ਚ ਲੋਭ ਵੀ ਆ ਜਾਂਦਾ, ਉਹਦੇ 'ਚ ਸਾਰੇ ਹੀ ਵਿਕਾਰ ਆ ਜਾਂਦੇ। ਆਪਣੇ ਅੰਦਰੋਂ ਮਨ ਨੂੰ ਨੀਵਾਂ ਕਰ ਲਓ ਹੁਣ ਤੁਸੀਂ। ਹਾਂਜੀ, ਅਦ ਗਹੁਤੇ ਅਪਰਾਧੀ ਦੋਨੋਂ। ਕਿਉਂਕਿ ਤੁਸੀਂ ਬੜਾ ਵੱਡਾ ਅਪਰਾਧ ਕਰ ਬੈਠੇ ਸੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿੰਦਾ ਕਰ ਦਿੱਤੀ ਸੀ। ਸ੍ਰੀ ਨਾਨਕ ਗੁਰ ਨਿੰਦ ਉਚਾਰ। ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰਿਸ਼ਟੀ ਦੇ ਮਾਲਕ, ਉਹਨਾਂ ਦੀ ਨਿੰਦਾ ਕੀਤੀ ਹੈ। ਤਉ ਸ਼ਮਾ ਇਸਨੇ ਕਰਵਾਈ। ਤਾਂ ਭਾਈ ਲੱਦੇ ਨੇ ਤੁਹਾਨੂੰ ਮਾਫ ਕਰਵਾ ਦਿੱਤਾ, ਖਿਮਾ ਕਰਵਾ ਦਿੱਤੀ ਹੈ। ਨਤ ਦੋਹ ਲੋਕਨ ਕਸ਼ਟ ਹਜ਼ਾਰ। ਨਹੀਂ ਤਾਂ ਦੋਵਾਂ ਜਹਾਨਾਂ 'ਚ ਕਸ਼ਟ ਹੀ ਸੀ, ਅੱਗੇ ਵੀ ਕਸ਼ਟ, ਇੱਥੇ ਵੀ ਕਸ਼ਟ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਇਹ ਕਸ਼ਟ ਤੁਹਾਡਾ ਮਿਟਣਾ ਨਹੀਂ ਸੀ, ਇਹ ਤੁਹਾਨੂੰ ਇੱਥੇ ਵੀ ਦੁੱਖ ਹੋਣਾ ਸੀ ਤੇ ਅੱਗੇ ਵੀ ਹੋਣਾ ਸੀ। ਹਾਂਜੀ, ਪੁਨ ਲੱਦੇ ਬਹੁ ਬੇਨਤੀ ਕੀਨਸ। ਫਿਰ ਭਾਈ ਲੱਦੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਤਨ ਅਰੋਗ ਇਨਕੇ ਕਰ ਦੇਹੋ। ਮਹਾਰਾਜ, ਇਹ ਗੁਰੂ ਘਰ ਦੇ ਕੀਰਤਨੀਏ ਨੇ, ਬੜਾ ਸੋਹਣਾ ਰਸ ਪਿੰਨਾ ਕੀਰਤਨ ਕਰਦੇ ਨੇ, ਹੁਣ ਕਿਰਪਾ ਕਰਕੇ ਇਹਨਾਂ ਦੇ ਸਰੀਰ ਨੂੰ ਵੀ ਰਾਜੀ ਕਰ ਦਿਓ। ਗਾਵਨ ਉਚਿਤ ਸਭਾ ਮਹਿ ਤਪ ਹੋਏ। ਇਹ ਜਦੋਂ ਗੁਰੂ ਦਰਬਾਰ ਦੇ ਵਿੱਚ ਕੀਰਤਨ ਕਰਨ ਦੇ ਯੋਗ ਤਾਂ ਹੀ ਹੋਣਗੇ ਜਦੋਂ ਠੀਕ ਹੋਣਗੇ। ਜਦੋਂ ਸਰੀਰ ਰਾਜੀ ਹੋਵੇਗਾ, ਤੰਦਰੁਸਤੀ ਹੋਵੇਗੀ, ਤਾਂ ਹੀ ਇਹ ਰਸ ਪਿੰਨਾ ਕੀਰਤਨ ਕਰ ਸਕਣਗੇ ਸਭਾ ਦੇ ਵਿੱਚ ਬੈਠ ਕੇ। ਪੂਰਬ ਸੰਸਰ ਜਬ ਹੈ ਬਨੇ ਹੋ। ਜਿਵੇਂ ਪਹਿਲੇ ਵਰਗੇ ਸਨ, ਸੋਹਣੇ ਇਹਨਾਂ ਦੇ ਸਰੀਰ ਸਨ, ਉਸੇ ਤਰ੍ਹਾਂ ਦੇ ਕਰ ਦਿਓ ਸੱਚੇ ਪਾਤਸ਼ਾਹ ਜੀ। ਸ੍ਰੀ ਅਰਜਨ ਭਾਖਿਓ ਇਨ ਦੋਇਨ ਗੁਰ ਨਿੰਦਾ। ਸ੍ਰੀ ਅਰਜਨ ਭਾਖਿਓ ਇਨ ਦੋਇਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਗੁਰ ਨਿੰਦਾ ਕੇ ਭਾਦੁਕ ਦੇਹੋ। ਇਹਨਾਂ ਨੇ ਗੁਰੂ ਦੀ ਨਿੰਦਾ ਕੀਤੀ। ਗੁਰੂ ਦੀ ਨਿੰਦਾ ਕਰਕੇ ਦੁੱਖ ਹੋਇਆ ਇਹਨਾਂ ਨੂੰ। ਜੇ ਗੁਰੂ ਦੀ ਨਿੰਦਾ ਨਾ ਕਰਦੇ, ਇਹਨਾਂ ਨੂੰ ਹੰਕਾਰ ਹੋ ਗਿਆ। ਇਹਨਾਂ ਨੇ ਕਹਿਤਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ, ਗੁਰੂ ਅੰਗਦ ਦੇਵ ਜੀ ਨੂੰ ਵੀ, ਹੋਰ ਸਤਿਗੁਰਾਂ ਨੂੰ ਕਹਿਤਾ ਵੀ ਸਾਡੇ ਕਰਕੇ ਉਹਨਾਂ ਦੀ ਸੋਭਾ ਹੁੰਦੀ ਸੀ। ਜੇ ਅਸੀਂ ਕੀਰਤਨ ਨਾ ਕਰਦੇ ਤੇ ਗੁਰੂ ਸਾਹਿਬਾਂ ਨੂੰ ਕੌਣ ਪੁੱਛਦਾ। ਇਹ ਬਚਨ ਮੂੰਹ ਤੋਂ ਨਿਕਲ ਗਿਆ ਹੰਕਾਰ ਵਿੱਚ। ਇਹ ਨਿੰਦਾ ਵਾਲਾ ਬਚਨ ਹੈ। ਗੁਰੂ ਦੀ ਨਿੰਦਾ ਕਿਸੇ ਹਾਲਤ ਵਿੱਚ ਕਿਸੇ ਤਰ੍ਹਾਂ ਵੀ ਨਹੀਂ ਕਰਨੀ ਚਾਹੀਦੀ, ਭੈ ਰੱਖਣਾ ਚਾਹੀਦਾ। ਇਹ ਭੈ ਇਹਨਾਂ ਨੇ ਰੱਖਿਆ ਨਹੀਂ, ਇਸ ਕਰਕੇ ਇਹਨਾਂ ਨੂੰ ਇਹ ਭਾਰੀ ਕਸ਼ਟ ਹੋਇਆ ਹੈ। ਹਾਂਜੀ, ਸੋ ਅਪਰਾਧ ਨਿਵਾਰਨ ਹੋਏ ਜਬ। ਹੁਣ ਇਹ ਅਪਰਾਧ ਇਹਨਾਂ ਦਾ ਬਖਸ਼ਿਆ ਜਾਏਗਾ, ਪਰ ਬਖਸ਼ਿਆ ਤਾਂ ਜਾਏਗਾ ਜਿਹੜੇ ਮੂੰਹ ਨਾਲ ਨਿੰਦਾ ਕੀਤੀ ਹੈ, ਉਸੇ ਮੂੰਹ ਨਾਲ ਮਹਾਰਾਜ ਦੀ ਉਸਤਤ ਵੀ ਕਰਨ। ਹਾਂਜੀ, ਮਿਟੇ ਰੋਗ ਤਬ ਨਿਸੰਦੇਹੋ। ਤਾਂ ਇਹਨਾਂ ਦਾ ਰੋਗ ਮਿਟ ਜਾਏਗਾ, ਇਹਨਾਂ ਦਾ ਸਰੀਰ ਤੰਦਰੁਸਤ ਹੋ ਜਾਏਗਾ। ਇਹ ਦਰਬਾਰ ਸਾਹਿਬ 'ਚ ਫਿਰ ਉਸੇ ਤਰ੍ਹਾਂ ਹੀ ਰੌਣਕਾਂ ਲਾਣਗੇ, ਕੀਰਤਨ ਕਰਨਗੇ। ਹਾਂਜੀ, ਜਿਸ ਮੁਖ ਤੇ ਨਿੰਦਾ ਇਨ ਭਾਖੀ। ਜਿਹੜੇ ਮੂੰਹ ਨਾਲ ਇਹਨਾਂ ਨੇ ਮਹਾਰਾਜ ਸਾਹਿਬ ਜੀ ਦੀ ਨਿੰਦਾ ਕੀਤੀ ਹੈ, ਤਿਸ ਤੇ ਗੁਰ ਜਸ ਕਰਹਿ ਬਖਾਨ। ਉਸੇ ਮੂੰਹ ਨਾਲੇ ਗੁਰੂ ਮਹਾਰਾਜ ਦਾ ਜਸ ਕਰਨ। ਇਹ ਉਪਚਾਰ ਰੋਗ ਤਨ ਬਿਨਸੈ। ਇਸੇ ਉਪਚਾਰ ਨਾਲ ਇਹਨਾਂ ਦਾ ਰੋਗ ਕੱਟਿਆ ਜਾਏਗਾ। ਇਹਨਾਂ ਦਾ ਜੋ ਵੀ ਸਰੀਰ ਤੇ ਕਸ਼ਟ ਹੈ ਉਹ ਦੂਰ ਹੋ ਜਾਏਗਾ। ਹਾਂਜੀ, ਹੋਏ ਸਰੀਰ ਸੋ ਪ੍ਰਥਮ ਸਮਾਨ। ਜਿਵੇਂ ਪਹਿਲਾਂ ਸਰੀਰ ਰਾਜੀ ਬਾਜੀ ਸੀ, ਉਦਾਂ ਦਾ ਹੀ ਸੋਹਣਾ ਸਰੀਰ ਹੋ ਜਾਏਗਾ। ਹਾਂਜੀ, ਤਬ ਲੱਦੇ ਦੋਨੋਂ ਸੰਗ ਭਾਖਿਓ। ਤਾਂ ਭਾਈ ਲੱਦੇ ਨੇ ਭਾਈ ਸੱਤੇ ਤੇ ਭਾਈ ਬਲਵੰਡ ਨੂੰ ਕਿਹਾ ਹੈ, ਅਬ ਦੁਖ ਭੰਜਨ
ਉਠੋ ਭਾਈ ਸਤਾ ਜੀ, ਭਾਈ ਬਲਵੰਡ ਜੀ, ਜਾ ਕੇ ਦੁਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰੋ। ਹਾਂਜੀ। ਬ੍ਰਹਮ ਰੂਪ ਸ੍ਰੀ ਨਾਨਕ ਵਰਨ ਹੋ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਮ ਦਾ ਰੂਪ ਹਨ, ਪਰਮੇਸ਼ਰ ਦਾ ਰੂਪ ਹਨ। ਉਹਨਾਂ ਦੀ ਉਪਮਾ ਉਸੇ ਰੂਪ 'ਚ ਕਰੋ ਜੋ ਉਹ ਹਨ, ਜਿਨ੍ਹਾਂ ਦੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਸ੍ਰਿਸ਼ਟੀ ਦੇਵੀ ਦੇਵਤੇ ਵੀ ਉਪਮਾ ਕਰਦੇ ਹਨ, ਖੰਡ ਬ੍ਰਹਮੰਡ ਨਮਸਕਾਰ ਕਰਦੇ ਹਨ। ਸਾਰਾ ਸੰਸਾਰ ਜਿਨ੍ਹਾਂ ਦੀ ਜਸ ਵੇਦ ਪੁਰਾਣੀ ਗਾਇਆ, ਜਿਨ੍ਹਾਂ ਦਾ ਜਸ ਵੇਦ ਪੁਰਾਣ ਗਾਉਂਦੇ ਨੇ, ਬ੍ਰਹਮ ਰੂਪ ਕਰਕੇ ਵਰਣਨ ਕਰਦੇ ਨੇ। ਤੁਸੀਂ ਗੁਰੂ ਨਾਨਕ ਦੇਵ ਜੀ ਦੀ ਉਸੇ ਰੂਪ 'ਚ ਵਰਣਨ ਉਸਤਤ ਕਰੋ, ਗੁਰੂ ਨਾਨਕ ਦੀ ਵਡਿਆਈ ਕਰੋ। ਹਾਂਜੀ। ਗੁਰ ਬਿਨ ਗੁਰ ਬਨ ਤਾਰਿਓ ਜਿਨਹੁ ਜਹਾਨ। ਜਿਨ੍ਹਾਂ ਨੇ ਪਰਮੇਸ਼ਰ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਤੇ ਫਿਰ ਦੁਨੀਆ ਨੂੰ ਤਾਰਿਆ। ਹਾਂਜੀ। ਭਿੰਨ ਭਿੰਨ ਪੁਨ ਪੰਚ ਹੋ ਗੁਰ ਕੀ। ਫਿਰ ਪੰਜਾਂ ਹੀ ਪਾਤਸ਼ਾਹੀਆਂ ਦੀ ਉਸਤਤ ਕਰੋ। ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜਾਂ ਗੁਰੂਆਂ ਦੀ ਸਿਫਤ ਗਾਓ ਤੁਸੀਂ। ਹਾਂਜੀ। ਨਿਜ ਬਾਣੀ ਤੇ ਕੀਰਤ ਗਾਓ। ਆਪਣੀ ਬਾਣੀ ਦੁਆਰਾ ਆਪਣੇ ਗੁਣ ਜੋ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੈ, ਕਲਾ ਦਿੱਤੀ ਹੈ, ਤੁਸੀਂ ਬੜੇ ਸੋਹਣੇ ਗਵਈਏ ਹੋ, ਬੜੇ ਸੋਹਣੇ ਰਾਗੀ ਹੋ, ਤੁਹਾਨੂੰ ਰੱਬ ਨੇ ਗੁਣ ਦਿੱਤਾ ਹੈ ਗੁਰਬਾਣੀ ਗਾਣ ਦਾ। ਤੁਸੀਂ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰੋ, ਜਿਨ੍ਹਾਂ ਰਸਨਾ ਦੇ ਨਾਲ ਮਹਾਰਾਜ ਦੀ ਨਿੰਦਾ ਕੀਤੀ ਹੈ। ਉਸੇ ਰਸਨਾ ਨਾਲ ਉਸਤਤ ਕਰੋਗੇ, ਅਪਰਾਧ ਬਖਸ਼ੇ ਜਾਣਗੇ। ਹਾਂਜੀ। ਹੋਏ ਨਿਸ਼ਕਪਟ ਗਰਭ ਕੋ ਪਰ ਹਰ। ਉਹ ਨਿਸ਼ਕਪਟ ਹੋ ਕੇ, ਹੰਕਾਰ ਛੱਡ ਕੇ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਨਾ ਰੱਖੋ, ਕੋਈ ਆਪਣਾ ਕਿਸੇ ਤਰ੍ਹਾਂ ਦਾ ਮਨ 'ਚ ਫਰਕ ਨਾ ਰੱਖੋ। ਨਿਸ਼ਕਪਟ ਹੋ ਕੇ, ਮਨ ਸ਼ੁੱਧ ਕਰਕੇ ਸੱਚੇ ਪਾਤਸ਼ਾਹ ਦੀ ਉਸਤਤ ਕਰੋ। ਹਾਂਜੀ। ਸਤ ਸੰਗਤ ਮਹਿ ਬਹੁਰ ਸਮਾਓ। ਤੇ ਫਿਰ ਉਹ ਜਿਹੜੀ ਉਸਤਤ ਹੈ ਉਹ ਸੰਗਤ 'ਚ ਸੁਣਾਓ, ਸੰਗਤ ਨੂੰ ਸੁਣਾਓ ਗੁਰੂ ਦੀ ਉਸਤਤ। ਸੰਗਤ ਦੀ ਸ਼ਰਧਾ ਬਣੇ, ਪਿਆਰ ਬਣੇ, ਇਹੋ ਜਿਹੇ ਬਚਨ ਬੋਲੋ। ਹਾਂਜੀ। ਸੁਨ ਹਰਿ ਕੇ ਜਨ ਅੰਮ੍ਰਿਤ ਭਰ ਕੇ। ਇਹ ਸੁਣ ਕੇ ਸਾਧ ਸੰਗਤ ਜੀ ਬੜੇ ਖੁਸ਼ ਹੋਏ, ਅੰਮ੍ਰਿਤ ਵਸਣ ਲੱਗ ਪਿਆ। ਗੁਰੂ ਮਹਾਰਾਜ ਸਾਹਿਬ ਜੀ ਦੇ ਕਿਰਪਾ ਹੋ ਗਈ। ਭਾਈ ਲੱਧਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਬੜੇ ਹੀ ਪ੍ਰਸੰਨ ਹੋਏ ਵੀ ਗੁਰੂ ਜੀ ਸਾਡੇ ਤੇ ਖੁਸ਼ ਹੋ ਗਏ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਟੁੱਟ ਪੈਂਦਾ ਫਿਰ ਸਾਰੀਆਂ ਖੁਸ਼ੀਆਂ ਹੋ ਜਾਂਦੀਆਂ, ਫਿਰ ਕੋਈ ਕਮੀ ਨਹੀਂ ਰਹਿੰਦੀ। ਹਾਂਜੀ। ਦੁੱਖ ਦਾਰਿਦ ਗੁਰ ਸਰਬ ਬਿਲਾਓ। ਉਹ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੂੰ ਵਿਸ਼ਵਾਸ ਤਾਂ ਪਹਿਲਾਂ ਹੀ ਸੀ ਗੁਰੂ ਸਾਹਿਬ ਤੇ, ਗੁਰੂ ਦੇ ਪਿਆਰੇ ਸੀ, ਪਰ ਭਾਣਾ ਕੋਈ ਇਹੋ ਜਿਹਾ ਵਰਤ ਜਾਂਦਾ, ਸਮਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਦਾਂ ਦਾ ਆ ਜਾਣਾ। ਸਾਧ ਸੰਗਤ ਜੀ, ਬੁੱਧੀ ਤੇ ਪੜਦਾ ਪੈਂਦਿਆਂ ਵੀ ਦੇਰ ਨਹੀਂ ਲੱਗਦੀ। ਚੰਗੇ ਭਲੇ ਬੰਦੇ ਦੀ ਬੁੱਧੀ ਤੇ ਪੜਦਾ ਮਾਇਆ ਪਾ ਦਿੰਦੀ ਹੈ। ਗੁਰੂ ਕਿਰਪਾ ਕਰੇ ਚੁੱਕਿਆ ਜਾਵੇ, ਨਹੀਂ ਤੇ ਪਿਆ ਹੀ ਰਹਿੰਦਾ। ਇਸ ਤਰ੍ਹਾਂ ਭਾਈ ਸੱਤੇ ਤੇ ਬਲਵੰਡ ਦੇ ਮਨ 'ਚ ਸ਼ੰਕਾ ਪੈ ਗਿਆ ਸੀ। ਹਾਂਜੀ। ਸ਼੍ਰੀ ਦੁਖ ਭੰਜਨ ਵਚਨ ਕੀਨਹੁ। ਜਾ ਕੇ ਭਾਈ ਸੱਤੇ ਜੀ ਨੇ, ਭਾਈ ਬਲਵੰਡ ਜੀ ਨੇ ਸ਼੍ਰੀ ਦੁਖ ਭੰਜਣੀ ਬੇਰੀ ਦੇ ਥੱਲੇ ਇਸ਼ਨਾਨ ਕੀਤਾ ਹੈ। ਹਾਂਜੀ। ਸਿਮਰ ਨਾਮ ਸ਼੍ਰੀ ਗੁਰ ਕਰ ਭਾਉ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਬੜੀ ਸ਼ਰਧਾ ਨਾਲ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਇਸ ਤਰ੍ਹਾਂ ਸ਼ਬਦ ਪੜ੍ਹਦਿਆਂ ਹੋਇਆਂ ਸ੍ਰੀ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕੀਤਾ ਹੈ। ਹਾਂਜੀ। ਸ਼੍ਰੀ ਅਰਜਨ ਕੇ ਪੁੰਨ ਹੋਏ ਸਨਮੁਖ। ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਆਏ ਨੇ ਦੋਵੇਂ, ਇਸ਼ਨਾਨ ਕਰਕੇ ਕੱਪੜੇ ਬਦਲ ਕੇ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ ਨੇ। ਹਾਂਜੀ। ਠਾਂਡੇ ਭਏ ਸੋ ਦਰਪ ਨਿਕੰਦ। ਬੜੀ ਸ਼ਰਧਾ ਨਾਲ ਆਪਣੇ ਮਨ ਦਾ ਹੰਕਾਰ ਛੱਡ ਕੇ ਮੱਥਾ ਟੇਕਿਆ, ਗਲ ਪੱਲਾ ਪਾ ਕੇ ਖੜੇ ਹੋਏ ਨੇ। ਹਾਂਜੀ। ਰੁਚਰ ਰਾਗਨੀ ਰਾਮ ਕਲੀ ਵਿੱਚ ਕਰੀ। ਸਾਧ ਸੰਗਤ ਜੀ, ਰੁਚਰ ਰਾਗਨੀ ਰਾਮ ਕਲੀ ਵਿੱਚ, ਉਸ ਵੇਲੇ ਇਹਨਾਂ ਨੇ ਬੜੀ ਸੋਹਣੀ ਇੱਕ ਰਾਗਣੀ ਹੈ ਰਾਮ ਕਲੀ। ਰਾਮ ਕਲੀ 'ਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਦੱਖਣੀ ਓਂਕਾਰ ਵੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ
ਸਿੱਧ ਗੋਸ਼ਟ ਵੀ ਹੈ। ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਨੰਦ ਸਾਹਿਬ ਵੀ ਹੈ। ਇਸੇ ਤਰ੍ਹਾਂ ਹੋਰ ਲੰਮੀਆਂ ਬਾਣੀਆਂ ਹਨ। ਉਸੇ ਰਾਗਨੀ ਦੇ ਅੰਦਰ ਰਾਮਕਲੀ ਰਾਗ ਦੇ ਵਿੱਚ ਬੜਾ ਹੀ ਰਸ ਭਿੰਨਾ ਕੀਰਤਨ ਕਰਨ ਵਾਲੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਗੁਰੂ ਦੀ ਉਪਮਾ ਗਾਣ ਲੱਗੇ ਨੇ। ਕਰੀ ਵਾਰ ਉਰ ਧਾਰ ਆਨੰਦ, ਉਹਨਾਂ ਨੇ ਗੁਰੂ ਸਾਹਿਬ ਜੀ ਦੀ ਉਪਮਾ ਵਿੱਚ ਇੱਕ ਵਾਰ ਉਚਾਰਨ ਕੀਤੀ ਹੈ। 8 ਪੌੜੀਆਂ ਦੀ ਇਹ ਵਾਰ ਹੈ। ਇਹਦਾ ਸਿਰਲੇਖ ਇਉਂ ਹੈ: ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵ। ਇੱਥੋਂ ਸ਼ੁਰੂ ਹੁੰਦੀ ਇਹ ਵਾਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਉਚਾਰਨ ਕੀਤੀ ਹੈ। ਪੌੜੀ 4 ਵਿਚਾਰ ਕਹਿਓ ਸ਼ੁਭ, ਇਹਦੇ ਵਿੱਚ 4 ਪੌੜੀਆਂ ਜਿਹੜੀਆਂ ਨੇ ਪਹਿਲੀਆਂ ਉਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਗੁਰੂ ਅੰਗਦ ਦੇਵ ਦੇ ਬਖਸ਼ਿਸ਼ ਹੋਈ ਉਹਦੇ ਬਾਰੇ ਨੇ। ਪਹਿਲੀ ਜਿਹੜੀਆਂ 4 ਪੌੜੀਆਂ ਨੇ ਤੁਸੀਂ ਧਿਆਨ ਨਾਲ ਪੜੋਗੇ, ਗੁਰੂ ਨਾਨਕ ਦੇਵ ਜੀ ਨੇ ਜੋ ਗੁਰੂ ਅੰਗਦ ਦੇਵ ਜੀ ਦੇ ਬਖਸ਼ਿਸ਼ਾਂ ਕੀਤੀਆਂ ਨਾ ਉਹਦਾ ਜ਼ਿਕਰ ਹੈ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦਾ, ਦੇ ਗੁਣਾ ਸਤ ਭੈਣ ਭਾਰਾਵ ਹੈ, ਭਾਰ ਅੰਗਦ ਦਾਨ ਪੜੀਵਦਾ। ਨਾਨਕ ਰਾਜ ਚਲਾਇਆ, ਗੁਰੂ ਨਾਨਕ ਦੇਵ ਜੀ ਨੇ ਰਾਜ ਚਲਾਇਆ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਹ ਦਾ, ਬੜੀ ਮਜ਼ਬੂਤ ਨੀਂਹ ਰੱਖੀ ਹੈ, ਕਿਲੇ ਵਰਗੀ ਨੀਂਹ ਰੱਖੀ ਹੈ। ਸੱਚ ਦੀ ਨੀਂਹ ਰੱਖੀ ਹੈ। ਸਤਾਣੀ ਮਾਨੇ ਬਲ ਵਾਲੀ, ਤਾਣ ਵਾਲੀ, ਜਿਹੜੇ ਨੀਂਹ ਰੱਖੀ ਹੈ ਬੜੀ ਮਜ਼ਬੂਤ ਰੱਖੀ ਹੈ। ਸੱਚ ਕੋਟ ਸਤਾਣੀ ਨੀਂਹ ਦਾ, ਲਹਿਣੇ ਧਰਿਓ ਨ ਛੱਤ ਸਿਰ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਸਿਰ ਤੇ ਛਤਰ ਗੁਰੂ ਨਾਨਕ ਨੇ ਰੱਖਿਆ। ਲਹਿਣੇ ਧਰਿਓ ਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦਾ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਏ ਜੀਅਤ। ਗੁਰ ਚੇਲੇ ਰਹਿਰਾਸ ਕੀ, ਗੁਰੂ ਔਰ ਚੇਲੇ ਦੀ ਮਰਿਆਦਾ ਬਣਾਈ ਹੈ। ਗੁਰੂ ਨਾਨਕ ਗੁਰੂ ਹੈ, ਗੁਰੂ ਅੰਗਦ ਦੇਵ ਜੀ ਚੇਲੇ ਹਨ। ਪਰ ਮੇਰੇ ਪਾਤਸ਼ਾਹ ਨੇ ਇਹਦੇ ਵਿੱਚ ਹੋਰਿਓਂ ਗੰਗ ਵਹਾਈ ਹੈ, ਪੁੱਠੇ ਪਾਸਿਓਂ ਗੰਗਾ ਵੀ ਚਲਾਈ ਹੈ। ਗੰਗਾ ਪਹਾੜਾਂ ਨੂੰ ਨਹੀਂ ਚੜ੍ਹਦੀ, ਪਰ ਗੁਰੂ ਨਾਨਕ ਨੇ ਚੜ੍ਹਾ ਦਿੱਤੀ। ਗੰਗਾ ਪਹਾੜਾਂ ਨੂੰ ਉਲਟੀ ਉੱਪਰ ਨੂੰ ਤਾਂ ਨਹੀਂ ਚੜ੍ਹਦੀ, ਉੱਪਰੋਂ ਥੱਲੇ ਨੂੰ ਆਉਂਦੀ ਹੈ ਨਾ। ਪਰ ਬਾਬੇ ਨਾਨਕ ਦੀ ਗੰਗਾ ਉਲਟੀ ਚੱਲੀ। ਕਿਵੇਂ ਚੱਲੀ? ਹੋਰਿਓਂ ਗੰਗ ਵਹਾਈ ਹੈ, ਦੁਨਿਆਈ ਆਖੈ ਕਿ ਕਿਉਂ। ਦੁਨੀਆ ਕਹਿੰਦੀ ਹੈ ਕੀ ਕੀਤਾ? ਉਲਟਾ ਕੰਮ। ਚੇਲਾ ਗੁਰੂ ਬਣਾਤਾ, ਆਪ ਚੇਲੇ ਦੇ ਅੱਗੇ ਮੱਥਾ ਟੇਕ। ਹੁਣ ਗੁਰੂ ਆਪਣੇ ਚੇਲੇ ਨੂੰ ਮੱਥਾ ਟੇਕੇ, ਉਲਟੀ ਗੰਗਾ ਹੀ ਹੈ। ਚੇਲਾ ਗੁਰੂ ਨੂੰ ਮੱਥਾ ਟੇਕਦਾ, ਚੇਲਾ ਗੁਰੂ ਨੂੰ ਮੱਥਾ ਟੇਕਦਾ, ਗੁਰੂ ਤਾਂ ਨਹੀਂ ਚੇਲੇ ਨੂੰ ਮੱਥਾ ਟੇਕਦਾ। ਪਰ ਗੁਰੂ ਬਾਬੇ ਨੇ ਚੇਲੇ ਅੱਗੇ ਮੱਥਾ ਟੇਕਿਆ। ਹੋਰਿਓਂ ਗੰਗ ਵਹਾਈ ਹੈ, ਹੋਰ ਪਾਸੇ ਗੰਗਾ ਵਹਾਤੀ। ਦੁਨਿਆਈ ਆਖੈ ਕਿ ਕਿਉਂ। ਦੁਨੀਆ ਕਹਿੰਦੀ ਹੈ ਕੀ ਕੀਤਾ? ਦੁਨਿਆਈ ਆਖੈ ਕਿ ਕਿਉਂ, ਕਿ ਲਹਿਣੇ ਧਰਿਓ ਛੱਤ ਸਿਰ, ਲਹਿਣੇ ਦੇ ਸਿਰ ਤੇ ਛਤਰ ਧਰ ਦਿੱਤਾ, ਉਹਨੂੰ ਗੁਰੂ ਬਣਾਤਾ। ਉਹਨੂੰ ਮੱਥਾ ਟੇਕਿਆ ਸਿੱਖ ਨੂੰ, ਆਪ ਚੇਲੇ ਬਣ ਗਏ। ਗੁਰ ਚੇਲਾ, ਚੇਲਾ ਗੁਰ ਹੋਇਆ। ਗੁਰੂ ਚੇਲਾ ਬਣ ਗਿਆ, ਚੇਲਾ ਗੁਰੂ ਬਣ ਗਿਆ। ਇਦਾਂ ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦਾ। ਆਪਣੇ ਹੁੰਦਿਆਂ, ਆਪਣੇ ਸਲਾਮਤ ਹੁੰਦਿਆਂ ਕਹਿਤਾ ਮੇਰੇ ਤੋਂ ਬਾਅਦ ਮੇਰਾ ਰੂਪ ਇਹ ਮੇਰਾ ਚੇਲਾ ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੂਪ 'ਚ ਤੁਹਾਨੂੰ ਦਰਸ਼ਨ ਦੇਵੇਗਾ। ਇਹ ਗੱਲਾਂ ਭਾਈ ਸੱਤੇ ਤੇ ਬਲਵੰਡ ਨੇ ਜਿਹੜੀ ਵਾਰ ਲਿਖੀ ਉਹਦੇ ਪਹਿਲੀ 4 ਪੌੜੀਆਂ 'ਚ ਬੜੇ ਇਹਨਾਂ ਦਾ ਵਿਸ਼ਲੇਸ਼ਣ ਕੀਤਾ। ਸਿੱਖੀ ਦਾ ਜਿਹੜਾ ਬਹੁਤ ਡੂੰਘਾ ਸਿਧਾਂਤ ਹੈ ਉਹ ਭਾਈ ਸੱਤੇ ਬਲਵੰਡੇ ਨੇ ਦੱਸਿਆ। ਗੁਰੂ ਜੋਤੀ ਦਾ ਹੀ ਵੀ ਜੋਤ ਉਹਾ। ਕਈ ਸਮਝਦੇ ਆ ਵੀ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਵੱਖਰੇ ਨੇ, ਗੁਰੂ ਅਮਰਦਾਸ ਵੱਖਰੇ ਹਨ। ਉਹ ਕਹਿੰਦੇ ਨਹੀਂ, ਜੋਤ ਉਹਾ ਜੁਗਤ ਸਾਏ। ਜੋਤ ਵੀ ਉਹ ਹੈ, ਜੁਗਤ ਵੀ ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਕਾਇਆ ਬਦਲੀ, ਸਰੀਰ ਬਦਲੇ ਨੇ। ਜੋਤ ਗੁਰੂ ਨਾਨਕ ਦੀ ਗੁਰੂ ਅੰਗਦ ਦੇਵ ਜੀ ਵਿੱਚ, ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਸਮਾ ਗਈ ਹੈ। ਇਸ ਕਰਕੇ ਸਾਰਿਆਂ ਨੂੰ ਨਾਨਕ ਹੀ ਕਹਿੰਦੇ ਨੇ। ਧਿਆਨ ਦੇਣਾ,
ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹੋਵੇ ਤਾਂ ਵੀ ਅਖੀਰ 'ਚ ਨਾਨਕ ਹੀ ਆਉਂਦਾ, ਗੁਰੂ ਅਰਜਨ ਦੇਵ ਜੀ ਦੀ ਬਾਣੀ ਹੋਵੇ ਤਾਂ ਵੀ ਨਾਨਕ ਹੀ ਆਉਂਦਾ। ਸਾਰੇ ਗੁਰੂਆਂ ਦੀ ਬਾਣੀ 'ਚ ਨਾਨਕ ਕਿਉਂ ਆਉਂਦਾ? ਉਹ ਆਪਣੇ ਆਪ ਨੂੰ ਨਾਨਕ ਕਿਉਂ ਕਹਿੰਦੇ ਨੇ? ਕਿਉਂਕਿ ਉਹ ਨਾਨਕ ਦੀ ਜੋਤ ਉੱਥੇ ਆਈ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਰੀਰ ਬਦਲ ਕੇ ਗੁਰੂ ਅੰਗਦ ਸਾਹਿਬ ਬਣ ਗਏ, ਤੇ ਉਹ ਸਰੀਰ ਬਦਲ ਕੇ ਗੁਰੂ ਅਮਰਦਾਸ ਬਣ ਗਏ, ਉਹ ਸਰੀਰ ਬਦਲ ਕੇ ਗੁਰੂ ਰਾਮਦਾਸ ਬਣ ਗਏ, ਉਹ ਸਰੀਰ ਬਦਲ ਕੇ ਗੁਰੂ ਅਰਜਨ ਦੇਵ ਬਣ ਗਏ। ਇਹ ਗੱਲ ਬਾਬੇ ਸੱਤੇ ਬਲਵੰਡੇ ਨੇ ਬੜੇ ਸੋਹਣੇ ਉਹ ਵਾਰ ਪੜ੍ਹਨੀ ਨਿਤਨੇਮ ਵਿੱਚ ਪ੍ਰਾਤਨ ਸਿੰਘ ਪੜ੍ਹਿਆ ਕਰਦੇ ਸੀ ਰਹਿਰਾਸ ਤੋਂ ਪਹਿਲਾਂ, ਕਿਉਂਕਿ ਉਹਦੇ 'ਚ ਪੰਕਤੀ ਆਉਂਦੀ ਨਾ, ਗੁਰ ਚੇਲੇ ਰਹਿਰਾਸ ਕੀ। ਤੇ ਜਿਹੜੇ ਸਿੰਘ ਨਿਤਨੇਮੀ ਪੁਰਾਣੇ ਅਸੀਂ ਦੇਖਿਆ ਬਜ਼ੁਰਗ, ਉਹ ਰਹਿਰਾਸ ਤੋਂ ਪਹਿਲਾਂ ਇਹ ਵੀ ਪੜ੍ਹਿਆ ਕਰਦੇ ਸੀ, ਕੰਠ ਕੀਤੀ ਹੁੰਦੀ ਸੀ ਸਿੰਘਾਂ ਨੂੰ, ਬਾਣੀ ਬੜੀ ਕੰਠ ਸੀ। ਤੇ ਇਹ ਵਾਰ ਹੋ ਵੀ ਛੇਤੀ ਕੰਠ ਜਾਂਦੀ ਹੈ ਬਾਕੀ ਬਾਣੀ ਨਾਲੋਂ, ਬਾਕੀ ਬਾਣੀ ਨਾਲੋਂ ਇਹ ਵਾਰ ਬੜੀ ਛੇਤੀ ਕੰਠ ਹੋ ਜਾਂਦੀ ਹੈ ਸੱਤੇ ਬਲਵੰਡੇ ਦੀ। ਭਾਈ ਸੱਤਾ ਬਲਵੰਡ ਜੀ ਲਿਖ ਰਹੇ ਨੇ 4 ਪੌੜੀਆਂ 'ਚ ਗੁਰੂ ਨਾਨਕ ਸਾਹਿਬ ਦੀ ਸਿਫਤ, ਕਿ ਕਿਵੇਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਬਣ ਗਏ, ਤੇ ਬਾਕੀ 4 ਪੌੜੀਆਂ 'ਚ 4 ਪਾਤਸ਼ਾਹੀਆਂ ਦੀ ਸਿਫਤ ਕੀਤੀ ਹੈ। ਹਾਂਜੀ, ਸ੍ਰੀ ਨਾਨਕ ਕੋ ਜਸ ਬਿਲੰਦ, ਗੁਰੂ ਨਾਨਕ ਸਾਹਿਬ ਦਾ ਬੜਾ ਵੱਡਾ ਜਸ ਭਾਈ ਸੱਤੇ ਤੇ ਬਲਵੰਡੇ ਨੇ ਗਾਇਆ ਹੈ। ਹਾਂਜੀ, ਜਿੰਨੀ ਉਹਨਾਂ ਨੂੰ ਮਹਾਰਾਜ ਨੇ ਪਰਮੇਸ਼ਰ ਨੇ ਬੁੱਧੀ ਦਿੱਤੀ, ਅਨੁਭਵ ਦਿੱਤਾ, ਅੰਦਰੋਂ ਜੁੜੇ ਹੋਏ ਸਨ, ਜੁੜ ਗਏ ਗੁਰੂ ਕਿਰਪਾ ਦੇ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ। ਭਾਈ ਸੱਤੇ ਬਲਵੰਡੇ ਨੇ ਉਹ ਬਾਣੀ ਆਈ ਧੁਰ ਤੋਂ ਹੀ ਹੈ। ਔਰ ਇੱਕ ਗੱਲ ਯਾਦ ਰੱਖਣਾ, ਧੁਰ ਤੋਂ ਬਾਣੀ ਉਹਨਾਂ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਪਵਿੱਤਰ, ਉੱਥੇ ਹੀ ਬਾਣੀ ਉਤਰੇਗੀ। ਮੇਰੇ ਵਰਗੇ ਮਾੜੇ ਬੰਦੇ ਦੇ ਮਨ ਥੋੜ੍ਹਾ ਬਾਣੀ ਉਤਰਨੀ, ਬਾਣੀ ਉਤਰਨੀ ਮਹਾਂਪੁਰਸ਼ਾਂ ਦੇ। ਭਾਈ ਸੱਤੇ ਬਲਵੰਡੇ ਗੁਰੂ ਦੀ ਕਿਰਪਾ ਨਾਲ ਮਹਾਂਪੁਰਸ਼ ਬਣ ਗਏ, ਬ੍ਰਹਮ ਗਿਆਨੀ ਹੋ ਗਏ, ਤੇ ਬ੍ਰਹਮ ਗਿਆਨ ਤੇ ਅਵਸਥਾ ਵਿੱਚ ਹੀ ਉਹਨਾਂ ਨੇ ਇਹ ਬਾਣੀ ਉਚਾਰੀ ਹੈ, ਜੋਤ ਓਹਾ ਜੁਗਤ ਸਾਏ। ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਵੱਡੇ ਵੱਡੇ ਤੋਂ ਹੋ ਜਾਂਦੀ ਹੈ, ਪਰ ਗੁਰੂ ਬਖਸ਼ਿੰਦ ਹੈ, ਗੁਰੂ ਫਿਰ ਮਾਲਾ ਮਾਲ ਕਰ ਦਿੰਦਾ। ਹੋ ਸਕਦਾ ਪਹਿਲੇ ਨਾਲੋਂ ਜ਼ਿਆਦਾ ਗੱਫਾ ਦੇ ਦੇਵੇ ਬਖਸ਼ਿਸ਼ ਦਾ। ਕਈ ਵਾਰੀ ਨਲਾਇਕ ਬੱਚਿਆਂ ਤੇ ਮਾਪੇ ਜ਼ਿਆਦਾ ਕਿਰਪਾ ਕਰ ਦਿੰਦੇ, ਜ਼ਿਆਦਾ ਖਿਆਲ ਰੱਖਦੇ। ਉਹ ਕਹਿੰਦੇ ਇਹ ਦੂਜੇ ਦੇ ਸਿਆਣੇ ਨੇ, ਇਹ ਮਸਤਾਨੇ ਦੁਆਨੇ ਦਾ ਖਿਆਲ ਰੱਖੀਏ। ਤੇ ਗੁਰੂ ਸਾਹਿਬ ਪਤਾ ਨਹੀਂ ਸਾਡੇ ਵਰਗੇ ਪਾਪੀਆਂ ਨੂੰ ਕਿੰਨਾ ਨਵਾਜ ਦੇਣ, ਕੋਈ ਪਤਾ ਨਹੀਂ। ਅਸੀਂ ਸੋਚਦੇ ਹਾਂ ਵੀ ਸਾਡਾ ਬਾਹਰਲਾ ਢਾਂਚਾ ਠੀਕ ਹੋਣਾ ਚਾਹੀਦਾ, ਬਸ ਅਸੀਂ ਬਿਲਕੁਲ ਪੱਕੇ ਹੋਈਏ ਜੀ, ਰਹਿਤ ਮਰਿਆਦਾ 'ਚ ਪੱਕੇ ਹੋਈਏ, ਆਹ ਚੀਜ਼ ਆਹ ਚੀਜ਼। ਤੇ ਪਰ ਅੰਦਰੋਂ ਗੁਰੂ ਨੇ ਵੇਖਣਾ, ਬਾਹਰੋਂ ਨਹੀਂ ਵੇਖਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਤਾ ਨਹੀਂ ਕਦੋਂ ਕਿਹਨੂੰ ਕਿਵੇਂ ਕਿਸ ਤਰ੍ਹਾਂ ਬਖਸ਼ਣਾ, ਸਾਨੂੰ ਕੋਈ ਗਰੰਟੀ ਥੋੜ੍ਹਾ। ਭਾਈ ਸੱਤੇ ਬਲਵੰਡੇ ਤੋਂ ਕਿੱਡੀ ਭੁੱਲ ਕਰਾਈ, ਤੇ ਫਿਰ ਬਖਸ਼ਿਸ਼ ਕਿੰਨੀ ਕੀਤੀ। ਦੇਖੋ, ਹੋਰ ਵੀ ਲੱਖਾਂ ਸਿੱਖ ਬਖਸ਼ੇ, ਪਰ ਬਾਣੀ ਤਾਂ ਨਹੀਂ ਨਾ ਕਿਸੇ ਦੇ ਉਤਰੀ। ਬਾਣੀ ਤਾਂ ਸੱਤੇ ਬਲਵੰਡ ਤੇ ਉਤਰੀ ਹੈ। ਕਿਉਂ? ਉਹ ਰੂਹ ਬੜੀ ਪਵਿੱਤਰ ਸੀ, ਭੁੱਲ ਹੋ ਜਾਂਦੀ ਹੈ। ਅਸੀਂ ਭੁੱਲਣਹਾਰ ਬੰਦੇ ਹਾਂ, ਸੰਸਾਰੀ ਜੀਵ ਹਾਂ, ਲੱਖਾਂ ਗਲਤੀਆਂ ਕਰਕੇ ਵੀ ਗੁਰੂ ਬਖਸ਼ ਦਿੰਦਾ। ਆਖੋ ਸ੍ਰੀ ਵਾਹਿਗੁਰੂ। ਕਰੋੜਾਂ ਗੁਨਾਹ ਬਖਸ਼ ਦਿੰਦਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੂ ਪਾਵੋ, ਡੁੱਬਦੇ ਪੱਥਰ ਤਾਰੇ। ਭਾਈ ਸੱਤਾ ਬਲਵੰਡ ਬਾਣੀ ਰਚ ਰਿਹਾ ਹੈ, ਕੈਸੇ ਕਮਾਲ ਦੀ ਬਾਣੀ ਹੈ। ਅੱਜ ਬੜੇ ਬੜੇ ਵੱਡੇ ਪ੍ਰੋਫੈਸਰ ਉਹਦੇ ਅਰਥ ਨਹੀਂ ਕਰ ਸਕਦੇ, ਇੰਨੀ ਡੂੰਘੀ ਬਾਣੀ ਹੈ, ਕਮਾਲ ਦੀਆਂ ਗੱਲਾਂ ਕੀਤੀਆਂ ਹੋਈਆਂ ਉਹਦੇ ਵਿੱਚ। ਹਾਂਜੀ, ਆਹਾ ਕਿਰਤਾਰਥ ਕਰਤਾ ਗੁਰੂ ਨਾਨਕ ਸਾਹਿਬ ਨੇ, ਕਿਰਪਾ ਕਰਤੀ ਹੈ, ਮਿਹਰਾਂ ਹੋ ਗਈਆਂ ਨੇ। ਬੜੇ ਆਨੰਦ ਵਿੱਚ ਭਾਈ ਸਾਹਿਬ ਵਾਰ ਲਿਖ ਰਹੇ ਨੇ, ਉਚਾਰਨ ਕਰ ਰਹੇ ਨੇ ਗੁਰੂ ਦੇ ਦਰਬਾਰ ਵਿੱਚ। ਹਾਂਜੀ, ਇੱਕ ਇੱਕ ਪੌੜੀ ਚਤੁਰ ਗੁਰੂ ਕੀ। ਫਿਰ ਇੱਕ ਇੱਕ ਪੌੜੀ 4 ਪਾਤਸ਼ਾਹੀਆਂ ਬਾਰੇ। ਪੰਜਵੀਂ ਪੌੜੀ ਹੈ ਪਹਿਲੇ ਗੁਰੂ ਅੰਗਦ ਦੇਵ ਜੀ ਬਾਰੇ। 5ਵੀਂ ਪੌੜੀ ਹੈ ਫੇਰ ਵਸਾਇਆ ਫੇਰਵਾਨ ਸਤਿਗੁਰੂ ਖੰਡੂਰ। ਇਹ ਗੁਰੂ ਅੰਗਦ ਦੇਵ ਜੀ ਬਾਰੇ। ਫੇਰ ਵਸਾਇਆ ਫੇਰਵਾਨ, ਫੇਰਵਾਨ ਦਾ ਫੇਰੂ ਦੇ ਪੁੱਤਰ। ਗੁਰੂ ਅੰਗਦ ਦੇਵ ਦੇ ਪਿਤਾ ਦਾ ਨਾਮ ਬਾਬਾ ਫੇਰੂਮਲ ਸੀ। ਫੇਰ ਵਸਾਇਆ ਅਨੁਪਰਾਸ ਅਲੰਕਾਰ ਹੈ। ਮੁੜ ਮੁੜ ਕੇ ਉਹ ਸੁੰਦਰ ਅੱਖਰਾਂ ਨੂੰ ਲਿਆਂਦੇ ਨੇ।
ਫੇਰ ਵਸਾਇਆ ਫੇਰਵਾਨ, ਫੇਰ ਵਸਾ ਦਿੱਤਾ। ਫੇਰਵਾਨ ਦੇ ਪੁੱਤਰ ਨੇ ਸਤਿਗੁਰ ਖੰਡੂਰ, ਖੰਡੂਰ ਸਾਹਿਬ ਵਸਾਇਆ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਵਿਣਾਹੇ ਮਾਨਸਾ ਜਿਉ ਪਾਣੀ ਬੂਰ, ਵਰਿਆ ਦਰਜੈ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ, ਨੌਨਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ, ਨੇੜਾ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਫੇਰ ਵਸਾਇਆ ਫੇਰ ਆਣ ਸਤਿਗੁਰ ਖੰਡੂਰ। ਫੇਰ ਮਹਾਰਾਜ ਗੁਰੂ ਅਮਰਦਾਸ ਜੀ ਦੀ ਉਹਨਾਂ ਦੀ ਉਪਮਾ ਕਿਵੇਂ ਕਹਿੰਦੇ ਨੇ? ਕਹਿੰਦੇ ਨੇ ਪਿਉ ਦਾਦੇ ਜੇ ਵਹਾ ਪੋਤਾ ਪ੍ਰਵਾਨ, ਜਿਨ ਬਾਸਕ ਨੇਤਰੈ ਕੱਤਿਆ ਕਰ ਨੇਹੀ ਤਾਂ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਿਓਨ ਕੀ ਤੋਨ ਚਾਣਾਨ। ਇਹ ਗੁਰੂ ਅਮਰਦਾਸ ਦੀ ਉਪਮਾ 'ਚ ਲਿਖੀ ਹੈ। ਫਿਰ ਗੁਰੂ ਰਾਮਦਾਸ ਬਾਰੇ ਤਾਂ ਬਹੁਤ ਹੀ ਕਮਾਲ ਦਾ ਕਹਿਦਾ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਪੰਜਵੇਂ ਪਾਤਸ਼ਾਹ ਬਾਰੇ ਕਮਾਲ ਦੇ ਬਚਨ ਕਹਿੰਦੇ, ਚਾਰੇ ਜਾਗੇ ਚੌ ਜੁਗੀ, ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓ, ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਆ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖੇਵਾ ਚੰਦੋਆ। ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਂ ਦੀ ਉਸਤਤ ਲਿਖਦੇ ਹਨ। ਸੁੰਦਰ ਕੀਰਤ ਕਹੀ ਬਨਾਏ, ਬੜੀ ਸੋਹਣੀ ਗੁਰੂ ਦੀ ਕੀਰਤੀ ਇਸ ਵਾਰ ਦੇ ਵਿੱਚ ਭਾਈ ਸਤੇ ਬਲਵੰਡ ਨੇ ਗੁਰੂ ਸਾਹਿਬ ਦੀ ਕੀਤੀ ਹੈ। ਸ਼੍ਰੀ ਅਰਜਨ ਪ੍ਰਤੱਖ ਅਗਰਥਿਤ, ਗੁਰੂ ਅਰਜਨ ਦੇਵ ਜੀ ਪ੍ਰਤੱਖ ਸਾਹਮਣੇ ਬੈਠੇ ਨੇ। ਉਹਨਾਂ ਨੂੰ ਦੇਖ ਕੇ ਭਾਈ ਸੱਤਾ ਜੀ, ਭਾਈ ਬਲਵੰਡਾ ਜੀ ਉਹਨਾਂ ਦੀ ਉਸਤਤ ਕਰ ਰਹੇ ਨੇ ਕਿ ਚਾਰੇ ਜਾਗੇ ਚੌ ਜੁਗੀ, ਚਾਰੇ ਯੁਗਾਂ ਵਿੱਚ ਚੌਹਾਂ ਪਾਤਸ਼ਾਹੀਆਂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤੱਕ, ਪੰਚਾਇਣ ਆਪੇ ਹੋਆ, ਪੰਜਵੇਂ 'ਚ ਆਪ ਗੁਰੂ ਅਰਜਨ ਦੇਵ ਜੀ ਸਾਹਮਣੇ ਬੈਠੇ, ਪ੍ਰਤੱਖ ਪਰਮੇਸ਼ਰ ਆਪ ਹੀ ਬੈਠਾ ਹੈ। ਇੱਦਾਂ ਉਹਨਾਂ ਨੇ ਜੋ ਦੇਖਿਆ ਉਹ ਉਪਮਾ ਕੀਤੀ ਹੈ। ਹਾਂਜੀ, ਹੱਥ ਜੋੜ ਸਭ ਦਈ ਸੁਨਾਏ, ਹੱਥ ਜੋੜ ਕੇ 8 ਪੌੜੀਆਂ ਸਤੇ ਬਲਵੰਡੇ ਨੇ ਆਪਣੀ ਵਾਰ ਦੀਆਂ ਗਾਈਆਂ ਨੇ ਗੁਰੂ ਦਰਬਾਰ ਦੇ ਵਿੱਚ। ਹਾਂਜੀ, ਭਏ ਪ੍ਰਸੰਨ ਵਾਰ ਕੋ ਸੁਨ ਕੇ, ਇਸ ਵਾਰ ਨੂੰ ਸੁਣ ਕੇ ਪੰਜਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ ਨੇ। ਹਾਂਜੀ, ਤਬ ਸ੍ਰੀ ਗ੍ਰੰਥ ਵਿਖੇ ਲਿਖਵਾਏ, ਇਹ ਵਾਰ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਵਾ ਲਈ ਹੈ। ਜਿੱਥੇ ਮਹਾਰਾਜ ਨੇ 21 ਵਾਰਾਂ ਆਪਣੀਆਂ ਲਿਖਾਈਆਂ ਨੇ, ਇਹ 22ਵੀਂ ਵਾਰ ਜਿਹੜੀ ਹੈ ਇਹ ਭਾਈ ਸਤੇ ਬਲਵੰਡ ਦੀ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਪੋਥੀ ਵੱਖਰੀ ਵੀ ਮਿਲਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਾਰਾਂ ਨੇ 22। ਉਹਨਾਂ ਵਿੱਚੋਂ ਇੱਕ ਵਾਰ ਹੈ ਜਿਹੜੀ ਗੁਰੂ ਘਰ ਦੇ ਢਾਡੀਆਂ ਦੀ, ਗੁਰੂ ਘਰ ਦੇ ਕੀਰਤਨੀਆਂ ਦੀ, ਸਤੇ ਬਲਵੰਡੇ ਦੀ ਲਿਖੀ ਹੋਈ ਹੈ। ਬਾਕੀ ਵਾਰਾਂ ਜਿਹੜੀਆਂ ਨੇ ਉਹ ਗੁਰੂ ਸਾਹਿਬਾਂ ਦੀਆਂ ਆਪਣੀਆਂ ਲਿਖੀਆਂ ਹੋਈਆਂ। 3 ਵਾਰਾਂ ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ ਨੇ, 8 ਵਾਰਾਂ ਗੁਰੂ ਰਾਮਦਾਸ ਜੀ ਦੀਆਂ ਨੇ। ਇਸ ਤਰ੍ਹਾਂ ਗੁਰੂ ਪਾਤਸ਼ਾਹੀ ਦੀ ਵੱਖਰੀਆਂ ਵੱਖਰੀਆਂ ਵਾਰਾਂ ਨੇ। ਪਰ ਭਾਈ ਸਤੇ ਬਲਵੰਡੇ ਦੀ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਹਾਂਜੀ, ਰੋਗ ਸੀਨ ਪਾ ਧਨ ਨਵੀਨ ਸ਼ੁਭ, ਜਦੋਂ ਵਾਰ ਉਚਾਰਨ ਕੀਤੀ ਸਰੀਰ ਦਾ ਰੋਗ ਖਤਮ ਹੋ ਗਿਆ, ਤੰਦਰੁਸਤੀ ਆ ਗਈ, ਸਾਰਾ ਸਰੀਰ ਉਦਾਂ ਹੀ ਹੋ ਗਿਆ ਜਿਵੇਂ ਪਹਿਲਾਂ ਸੋਨੇ ਵਰਗਾ ਸੋਹਣਾ ਸੀ। ਹਾਂਜੀ, ਲੋਕ ਬਿਲੋਕ ਰਹੇ ਬਿਸਮਾਏ, ਲੋਕ ਵੇਖ ਕੇ ਹੈਰਾਨ ਗੁਰੂ ਮਹਾਰਾਜ ਦੀ ਪ੍ਰਤੱਖ ਕਲਾ ਵਰਤੀ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ, ਵਾਰ ਉਚਾਰਨ ਕਰਦਿਆਂ ਭਾਈ ਸਤਾ ਜੀ ਦੇ, ਭਾਈ ਬਲਵੰਡਾ ਜੀ ਦੀ ਦੇਹ ਠੀਕ ਹੋ ਗਈ ਹੈ। ਹਾਂਜੀ, ਪਠਾ ਸੁਨਹਿ ਜੋ ਵਾਰ ਪ੍ਰੇਮ ਕਰ, ਜਿਹੜਾ ਸਿੱਖ ਇਸ ਵਾਰ ਨੂੰ ਪ੍ਰੇਮ ਨਾਲ ਪੜ੍ਹੇਗਾ, ਜਿਹੜਾ ਸਿੱਖ ਇਸ ਵਾਰ ਨੂੰ ਸੁਣੇਗਾ, ਇਸ ਵਾਰ ਦਾ ਨਿਤਨੇਮ ਕਰੇਗਾ। ਹਾਂਜੀ, ਤਨ ਕੇ ਰੋਜਤ ਸਕੇ ਹੋਏ ਹਾਨ, ਉਹਦੇ ਸਰੀਰ ਦੇ ਸਾਰੇ ਰੋਗ ਕੱਟੇ ਜਾਣਗੇ। ਇਹ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਹੈ। ਸਾਧ ਸੰਗਤ ਜੀ, ਅਸੀਂ ਕਈ ਸਿੰਘਾਂ ਦਾ ਦੇਖਿਆ ਹੈ। ਇੱਥੇ ਵੀ ਇੱਕ ਮੈਨੂੰ ਭੈਣ ਜੀ ਦੱਸ ਰਹੇ ਸਨ ਕਿ ਸਾਡੇ ਵੀ ਇਸ ਤਰ੍ਹਾਂ ਸਿੱਖ ਨੂੰ ਕਸ਼ਟ ਸੀਗਾ ਤੇ ਚਮੜੀ ਦਾ ਹੀ ਕਸ਼ਟ ਸੀ, ਜਿਵੇਂ ਕੋਈ ਸਰੀਰ ਦੇ ਉੱਤੇ ਸਕਿਨ ਪ੍ਰੋਬਲਮ ਆ ਜਾਂਦੀ, ਤੇ ਮਹਾਰਾਜ ਦੀ ਇਹ ਬਾਣੀ ਰਾਮਕਲੀ ਦਾ ਵਾਰ ਦਾ ਪਾਠ ਕਰਕੇ ਠੀਕ ਹੋ ਗਏ। ਅੱਜ ਤੋਂ 15-20 ਸਾਲ ਪਹਿਲਾਂ
20 ਤੋਂ ਵੀ ਜ਼ਿਆਦਾ ਮੈਨੂੰ ਯਾਦ ਹੈ ਵੀ 90-92 ਦੀ ਗੱਲ ਹੈ। ਅਸੀਂ ਛੋਟੇ ਸੀ, ਗ੍ਰੰਥੀ ਸਿੰਘ ਸੀ ਸਾਡੇ ਉੱਥੇ ਅੰਬਾਲੇ ਦੇ ਲਾਗੇ। ਪਤਾ ਨਹੀਂ ਕੋਈ ਪਾਣਾ ਵਰਤਿਆ, ਸਾਰਾ ਸਰੀਰ ਉਹਨਾਂ ਦਾ ਇੱਦਾਂ ਗਲ ਗਿਆ ਸੀਗਾ। ਅਤੇ ਹੈ ਵੀ ਗਰੀਬ ਬੜੇ ਸਨ, ਇਲਾਜ ਵੀ ਨਹੀਂ ਸੀ ਕਰਾ ਸਕਦੇ, ਮਾਇਆ ਵੀ ਨਹੀਂ ਸੀ ਬਹੁਤੀ। ਪਰ ਉਹਨਾਂ ਨੂੰ ਕਿਸੇ ਗੁਰਸਿੱਖ ਨੇ ਕਿਹਾ ਵੀ ਭਾਈ ਸਾਹਿਬ ਸੱਤੇ ਬਲਵੰਡੇ ਦੀ ਵਾਰ ਪੜ੍ਹਿਆ ਕਰ। ਮੈਂ ਦੇਖਿਆ ਵੀ 3-4 ਮਹੀਨੇ ਤੋਂ ਲਗਾਤਾਰ ਉਹ ਸਿੰਘ ਸਾਈਕਲ 'ਤੇ ਜਾਂਦਾ ਵੀ ਪੜ੍ਹੀ ਜਾਂਦਾ ਸੀ, ਜਿੱਥੇ ਵੀ ਉਹਨੇ ਪੜ੍ਹੀ ਜਾਣੀ, ਪਾਠ ਕਰੀ, ਜਵਾਨੀ ਯਾਦ ਹੋ ਗਈ, ਪਾਠੀ ਸਿੰਘ ਸੀ। ਅਤੇ ਬਸ 3-4 ਮਹੀਨੇ ਬਾਅਦ ਸਾਰਾ ਸਰੀਰ ਉਹਦਾ ਰਾਜੀ ਹੋ ਗਿਆ, ਠੀਕ ਹੋ ਗਿਆ। ਇਹ ਬਾਣੀ 'ਚ ਸ਼ਕਤੀ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਵੀ ਕੋਈ ਵੀ ਸਰੀਰ ਦਾ ਰੋਗ ਹੋਵੇਗਾ, ਜਿਹੜਾ ਇਸ ਟਿੱਕੇ ਦੀ ਵਾਰ ਪੜ੍ਹਨਗੇ, ਇਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਆ। ਟਿੱਕੇ ਦੀ ਵਾਰ ਕਿਉਂ ਕਹਿੰਦੇ ਆ? ਕਿਉਂਕਿ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਟਿੱਕਾ ਦਿੱਤਾ ਨਾ, ਤਿਲਕ ਦਿੱਤਾ ਗੁਰਿਆਈ, ਉਹਦਾ ਜ਼ਿਕਰ ਇਹਦੇ ਵਿੱਚ ਆਉਂਦਾ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ। ਸੋ ਟਿੱਕਾ ਜਿਹੜਾ ਤਿਲਕ ਲਾਉਂਦੇ ਨੇ ਉਹਨੂੰ ਲਾਉਂਦੇ ਨੇ ਜਿਹੜਾ ਵੱਡਾ ਪੁੱਤਰ ਹੁੰਦਾ, ਰਾਜੇ ਮਹਾਰਾਜੇ। ਰਾਜੇ ਦੇ ਵੱਡੇ ਪੁੱਤਰ ਨੂੰ ਕੀ ਕਹਿੰਦੇ ਨੇ? ਟਿੱਕਾ ਸਾਹਿਬ। ਰਾਜੇ ਦਾ ਜਿਹੜਾ ਵੱਡਾ ਪੁੱਤਰ ਹੁੰਦਾ ਹੈ ਉਹਨੂੰ ਕਹਿੰਦੇ ਨੇ ਟਿੱਕਾ ਸਾਹਿਬ, ਛੋਟੇ ਨੂੰ ਕਹਿੰਦੇ ਕੁੰਵਰ ਸਾਹਿਬ। ਰਾਜੇ ਦੇ ਕਈ ਪੁੱਤਰ ਹੁੰਦੇ ਨੇ, 4-5 ਵੀ ਹੋ ਸਕਦੇ ਨੇ। ਵੱਡਾ ਜਿਹੜਾ ਉਹਨੂੰ ਟਿੱਕਾ ਸਾਹਿਬ ਕਹਿੰਦੇ ਨੇ। ਇਹ ਗੁਰੂ ਅੰਗਦ ਦੇਵ ਜੀ ਨੂੰ ਟਿੱਕਾ ਦਿੱਤਾ, ਤਿਲਕ ਦਿੱਤਾ ਗੁਰਿਆਈ ਦਾ, ਗੁਰੂ ਨਾਨਕ ਦਾ ਵੱਡਾ ਪੁੱਤਰ ਸ੍ਰੀ ਗੁਰੂ ਅੰਗਦ ਦੇਵ ਜੀ। ਇਸ ਕਰਕੇ ਉਹਨਾਂ ਦੀ ਉਪਮਾ ਆਈ ਹੈ। ਫਿਰ ਉਹ ਹੀ ਉਹਨਾਂ ਦੇ ਅੱਗੋਂ ਗੁਰੂ ਅਮਰਦਾਸ ਜੀ ਪੁੱਤਰ ਹੋਏ, ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਜੀ ਹੋਏ, ਅਤੇ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ। ਇਸ ਕਰਕੇ ਗੱਦੀ ਤਿਲਕ ਦਿੱਤਾ, ਗਾਂ ਦੀ ਗਾਂ ਸੀਨੇ ਬਸੀਨੇ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਇਸ ਵਾਰ 'ਚ ਲਿਖਿਆ। ਇਸ ਕਰਕੇ ਇਹਨੂੰ ਕਹਿੰਦੇ ਟਿੱਕੇ ਦੀ ਵਾਰ। ਰਾਮਕਲੀ ਦੀ ਵਾਰ, ਰਾਗ ਵੀ ਕਹਿੰਦੇ ਰਾਮਕਲੀ ਦੀ ਵਾਰ। ਭਾਈ ਸੱਤੇ ਬਲਵੰਡੇ ਦੇ ਉਚਾਰੀ ਇਸ ਕਰਕੇ ਕਹਿੰਦੇ ਸੱਤੇ ਬਲਵੰਡੇ ਦੀ ਵਾਰ। ਚੀਜ਼ ਇੱਕੋ ਹੀ ਹੈ। ਬਾਣੀ ਦੇ ਨਾਮ ਸ਼ਰਧਾ ਨਾਲ ਵੱਖਰੇ ਵੱਖਰੇ ਸਿੱਖ ਲੈ ਲੈਂਦੇ ਆ। ਸੋ ਜਿਹੜਾ ਇਸ ਵਾਰ ਦਾ ਪਾਠ ਕਰੇਗਾ ਉਹਦੇ ਸਰੀਰ 'ਤੇ ਕੋਈ ਕਸ਼ਟ ਹੋਵੇਗਾ ਦੂਰ ਹੋ ਜਾਏਗਾ। ਇਹ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਹਾਂਜੀ, ਨਿਤ ਪ੍ਰਤ ਨੇਮ ਕਰਹਿ ਮੁਖ ਉਚਰਹਿ। ਨੇਮ ਦੇ ਨਾਲ ਜਿਹੜਾ ਨਿਤਨੇਮ ਪਾਠ ਕਰੇਗਾ, ਇਹਦਾ ਗੁਰੂ ਕਾ ਸਿੱਖ ਘੱਟੋ ਘੱਟ ਇੱਕ ਪਾਠ ਕਰ ਲਵੇ ਰੋਜ਼, ਬਹੁਤ ਛੇਤੀ ਕੰਠ ਹੋ ਜਾਂਦੀ ਹੈ। ਤੁਸੀਂ 1-2 ਮਹੀਨੇ ਕਰੋ, ਤੁਹਾਨੂੰ ਜਵਾਨੀ ਯਾਦ ਹੋ ਜਾਏਗੀ। ਇੰਨੀ ਮਹਾਰਾਜ ਦੀ ਇਹ ਬਾਣੀ। ਦੂਜੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ, ਉਹ ਆਪਸ ਵਿੱਚ ਰਲਦੀ ਹੈ। ਇੱਕ ਪੰਕਤੀ ਜਿਵੇਂ ਸੁਖਮਨੀ ਸਾਹਿਬ 'ਚ ਆਪਾਂ ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦੀਆਂ ਕਈ ਪੰਕਤੀਆਂ ਰਲ ਜਾਂਦੀਆਂ। ਕਈ ਵਾਰੀ ਅਖੀਰਲੀਆਂ ਅਸ਼ਟਪਦੀਆਂ ਤੋਂ ਬੰਦਾ ਫਿਰ ਪਿਛਲੇ ਜਾ ਜਾਂਦਾ। ਕਰਨ ਕਰਾਵਣ ਕਰਨਾ, ਜੋਗ ਕਰਨ ਕਰਾਵਣ ਕਰਨਾ, ਹਾਰ ਕਰਨ ਕਰਾਵਣ ਆਪੇ ਆਪ। ਇੱਥੇ ਬੜਾ ਕਨਫਿਊਜ਼ ਹੋ ਜਾਂਦਾ। ਜਾਪ ਸਾਹਿਬ ਵਿੱਚ ਵੀ ਇੱਦਾਂ ਹੁੰਦਾ ਕਈ ਵਾਰੀ। ਅਤੇ ਜਪਜੀ ਸਾਹਿਬ ਦੀਆਂ ਵੀ ਪੌੜੀਆਂ ਜਿਵੇਂ ਆਉਂਦੀਆਂ ਨੇ, ਉਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ, ਉੱਥੇ ਕਈ ਵਾਰੀ ਮੁੜ ਮੁੜ ਕੇ ਪੜ੍ਹੀ ਜਾਂਦੇ। ਮੰਨੇ ਦੀਆਂ ਪੌੜੀਆਂ 'ਚ ਵੀ ਇੱਦਾਂ ਹੋ ਜਾਂਦਾ। ਪਰ ਜਿਹੜੀ ਇਹ ਸੱਤੇ ਬਲਵੰਡੇ ਦੀ ਵਾਰ ਹੈ, ਇਹਦੇ ਵਿੱਚ ਪਾਠ ਸਿੱਧਾ ਚੱਲੀ ਜਾਂਦਾ। ਕੋਈ ਪੰਕਤੀ ਭੁੱਲੇ ਤਾਂ ਤੁਸੀਂ ਪੋਥੀ ਦੇਖ ਲਓ, ਜਾਂ ਕਿਸੇ ਸਿੰਘ ਨੂੰ ਕਹੋ ਵੀ ਤੂੰ ਪੋਥੀ ਪੜ੍ਹ ਕੇ ਬਹਿ, ਮੈਂ ਸੁਣਾਉਣਾ, ਜਿੱਥੇ ਗੱਲ ਤੋਂ ਦੱਸੀ ਜਾਈ। ਉਹ ਫਿਰ ਦੱਸਦਾ, ਫਿਰ ਉਹਦੇ ਨਾਲ ਥੋੜ੍ਹਾ ਥੋੜ੍ਹਾ ਯਾਦ ਰੱਖਣਾ ਵੀ ਇੱਥੇ ਮੈਂ ਭੁੱਲਿਆ ਸੀ, ਆਪੇ ਯਾਦ ਹੋ ਜਾਂਦੀ। ਇਸ ਵਾਰ ਦਾ ਪਾਠ ਗੁਰੂ ਕੇ ਸਿੱਖ ਕੰਠ ਹੋ ਕਰਿਆ ਕਰਨਗੇ। ਮਹਾਰਾਜ ਕਹਿੰਦੇ ਨਿਤਨੇਮ ਕਰਿਆ ਕਰਨਗੇ। ਹਾਂਜੀ, ਗੁਰ ਕੀ ਸ਼ਰਧਾ ਵਧੈ ਮਹਾਨ। ਤੇ ਗੁਰੂ ਮਹਾਰਾਜ ਦੀ ਸ਼ਰਧਾ ਵਧੇਗੀ। ਪਤਾ ਲੱਗੇਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਕੀ ਹੈ। ਗੁਰੂ ਦੇ ਉੱਤੇ ਵੀ ਵਿਸ਼ਵਾਸ ਨਹੀਂ ਨਾ, ਤੇ ਸਿੱਖੀ ਕੋਈ ਨਹੀਂ। ਸਿੱਖੀ ਕੀ ਹੈ? ਗੁਰੂ ਦਾ ਵਿਸ਼ਵਾਸ। ਇਸ ਵਾਰ ਨੂੰ ਪੜ੍ਹ ਕੇ ਗੁਰੂ ਦਾ ਵਿਸ਼ਵਾਸ ਵਧੇਗਾ। ਪਾਤਸ਼ਾਹੀਆਂ ਦੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿਹੜੀ ਜੋਤ ਦੀ ਕਲਾ ਵਰਤੀ ਹੈ, ਜੋ ਭਾਈ ਸੱਤੇ ਬਲਵੰਡ ਜੀ ਨੇ ਦੇਖੀ ਹੈ ਅੱਖਾਂ ਨਾਲ, ਉਹਦਾ ਪਤਾ ਲੱਗੇਗਾ। ਹਾਂਜੀ, ਮਨ ਬਾਸ਼ਤ ਕੋ ਦੇਤ ਗੁਰੂ ਜਸ। ਇਹ ਗੁਰੂ ਦਾ ਜਸ ਹੈ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਜਸ ਹੈ ਗੁਰੂ ਦਾ। ਤੇ ਗੁਰੂ ਦਾ ਜਸ ਜਿਹੜਾ ਸਾਰੀਆਂ ਮਨੋਕਾਮਨਾ ਪੂਰੀਆਂ ਕਰਦਾ। ਜੋ ਵੀ ਕਿਸੇ ਦੀ ਮਨੋਕਾਮਨਾ ਹੈ, ਕਿਸੇ ਨੂੰ ਦੁੱਧ ਚਾਹੀਦਾ, ਕਿਸੇ ਨੂੰ ਪੁੱਤ ਚਾਹੀਦਾ। ਇੱਥੇ ਆਪਾਂ ਜਿੰਨੇ ਵੀ ਗੁਰਦੁਆਰੇ ਆਉਂਦੇ ਹਾਂ, ਸੁੱਖ ਹੀ ਮੰਗਣ ਆਉਂਦੇ ਹਾਂ, ਦੁੱਖ ਤਾਂ ਨਹੀਂ ਮੰਗਦੇ ਆਪਾਂ। ਸੁੱਖ ਸਾਨੂੰ ਸਾਰਿਆਂ ਨੂੰ ਚਾਹੀਦਾ। ਤੇ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਇਹ ਗੁਰੂ ਦਾ ਜਸ ਕਰਾਂਗੇ, ਵਾਰ ਪੜਾਂਗੇ ਰਾਮਕਲੀ ਦੀ, ਤਾਂ ਮਨੋ
ਕਾਮਨਾਵਾਂ ਪੂਰੀਆਂ ਹੋਣਗੀਆਂ। ਹਾਂਜੀ, ਤਰਹਿ ਪ੍ਰੇਮ ਕਰ ਰੂਪ ਜੋ ਧਿਆਨ। ਜਿਹੜਾ ਪ੍ਰੇਮ ਨਾਲ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੇਗਾ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰੇਗਾ, ਇਹ ਵਾਰ ਪੜ੍ਹੇਗਾ, ਉਹਦੀ ਕਾਮਨਾ ਕਿਉਂ ਨਹੀਂ ਪੂਰੀ ਹੋਵੇਗੀ? ਜਿਹੜਾ ਧਿਆਨ ਧਰੇਗਾ ਉਹਦੀ ਕਾਮਨਾ ਕਿਉਂ ਨਹੀਂ ਹੋਵੇਗੀ? ਜ਼ਰੂਰ ਹੋਏਗੀ, ਤੇ ਗਰੰਟੀ ਹੈ। ਹਾਂਜੀ, ਅਸ ਕੋ ਵਸਤ ਜੋ ਹਾਥ ਨਾ ਆਵੇ। ਭਾਈ ਸੰਤੋਖ ਸਿੰਘ ਜੀ ਕਵੀ ਜੀ ਕਹਿੰਦੇ, ਐਸੀ ਕਿਹੜੀ ਚੀਜ਼ ਹੈ ਜਿਹੜੀ ਹੱਥ ਨਾ ਆਵੇ ਗੁਰੂ ਦਾ ਜਸ ਕਰਕੇ? ਐਸੀ ਵਸਤੂ ਹੈ ਕੋਈ ਦੱਸੋ ਜਿਹੜੀ ਮਹਾਰਾਜ ਦੀ ਬਾਣੀ ਪੜ੍ਹ ਕੇ ਨਾ ਮਿਲਦੀ ਹੋਵੇ? ਸਭ ਕੁਝ ਮਿਲਦਾ, ਵਿਸ਼ਵਾਸ ਕਰਨ ਦੀ ਲੋੜ ਹੈ ਤੇ ਅਭਿਆਸ ਕਰਨ ਦੀ ਲੋੜ ਹੈ। ਹਾਂਜੀ, ਪਾਠ ਕਰੈ ਸ੍ਰੀ ਗ੍ਰੰਥ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਭਾਵੇਂ ਕੋਈ ਕਰੇ, ਕੋਈ ਗਾਵੇ, ਕੋਈ ਗਾਵੇ ਕੋ ਸੁਣਾ, ਕੋਈ ਉਚਰ ਸੁਣਾਵੇ। ਮਹਾਰਾਜ ਕਹਿੰਦੇ ਕੋਈ ਬਾਣੀ ਗਾਵੇ, ਕੀਰਤਨ ਕਰੇ, ਕੋਈ ਸੁਣ ਲਵੇ, ਕੋਈ ਸੁਣਾ ਦੇਵੇ, ਸਭ ਕਾਮਨਾ ਪੂਰੀ ਹੁੰਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸਾਰਾ ਕੁਝ ਹੀ ਮਿਲਦਾ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਸਮੁੰਦਰ 'ਚ ਖਜ਼ਾਨੇ ਭਰੇ ਪਏ ਨੇ, ਮਿਲਦੇ ਉਸ ਨੂੰ ਨੇ ਜਿਹੜਾ ਉਹਦੇ 'ਚ ਚੁੱਭੀ ਮਾਰੇ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਗੁਰਬਾਣੀ 'ਚ ਵੀ ਸਾਰੇ ਪਦਾਰਥ ਨੇ। ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਜਿਹੜਾ ਜਿਹੜਾ ਖੋਜੇਗਾ ਲੱਭ ਲੇਗਾ। ਬਾਣੀ 'ਚ ਚੁੱਭੀ ਮਾਰੇ, ਬਾਣੀ ਪੜ੍ਹੇ, ਬਾਣੀ ਸੁਣੇ, ਤੇ ਫਿਰ ਜੋ ਮੰਗੇ, ਮੰਗਣ ਦੀ ਵੀ ਲੋੜ ਨਹੀਂ ਪੈਂਦੀ, ਬਿਨਾਂ ਮੰਗੇ ਹੀ ਮਿਲ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਣੀ ਪੜ੍ਹਨ ਵਾਲੇ ਦਾ ਤਾਂ ਫੁਰਨਾ ਹੀ ਪੂਰਾ ਹੋ ਜਾਂਦਾ। ਜੋ ਮਨ 'ਚ ਖਿਆਲ ਆਵੇ ਵੀ ਆਹ ਚੀਜ਼ ਚਾਹੀਦੀ ਹੈ, ਮਹਾਰਾਜ ਬੋਲਣ ਨਹੀਂ ਦਿੰਦੇ, ਪਹਿਲਾਂ ਦੇ ਦਿੰਦੇ। ਹਾਂਜੀ, ਸਭਾ ਲੱਗੀ ਸ੍ਰੀ ਅਰਜਨ ਜੀ। ਗੁਰੂ ਅਰਜਨ ਦੇਵ ਜੀ ਦਾ ਦੀਵਾਨ ਲੱਗਾ ਹੋਇਆ। ਭਾਈ ਸੱਤਾ ਤੇ ਬਲਵੰਡਾ ਜੀ ਵਾਰ ਗਾ ਰਹੇ ਨੇ। ਹਾਂਜੀ, ਅਬ ਲੱਦੇ ਕੀ ਉਪਮਾ ਬੜ ਕੀਨ। ਮਹਾਰਾਜ ਕਿਰਪਾ ਕੀਤੀ ਵਾਰ ਸੁਣ ਕੇ, ਭਾਈ ਸੱਤੇ ਬਲਵੰਡੇ ਨੂੰ ਬਖਸ਼ਿਸ਼ ਕਰਤੀ, ਤੇ ਭਾਈ ਲੱਦੇ ਦੀ ਬੜੀ ਉਪਮਾ ਕੀਤੀ। ਕਹਿੰਦੇ ਵਾਹ ਭਾਈ ਲੱਦਾ, ਤੁਸੀਂ ਪਰਉਪਕਾਰੀ ਹੋ। ਹਾਂਜੀ, ਧੰਨ ਸਿੱਖ ਪੁਨ ਪਰ ਉਪਕਾਰੀ। ਧੰਨ ਭਾਈ ਲੱਦਾ ਜੀ, ਗੁਰੂ ਕੇ ਸਿੱਖ, ਐਡੇ ਪਰਉਪਕਾਰੀ ਹੋ। ਪਰਹਿਤ ਜਨਹੁ ਲਾਜ ਤਜ ਦੀਨ। ਦੂਜਿਆਂ ਦਾ ਭਲਾ ਕਰਨ ਲਈ ਆਪਣੀ ਲਾਜ ਸ਼ਰਮ ਛੱਡ ਦਿੱਤੀ। ਸਭ ਤੋਂ ਔਖਾ ਕੰਮ ਹੈ ਮੂੰਹ ਕਾਲਾ ਕਰਕੇ ਖੋਤੇ ਚੜ੍ਹਨਾ, ਜਲੂਸ ਆਪਣਾ ਕੱਢਣਾ। ਆਪਣੇ ਕੰਮ ਲਈ ਨਹੀਂ, ਦੂਜਿਆਂ ਦੇ ਕੰਮ ਨਹੀਂ ਕਰਨਾ। ਔਖਾ ਹੈ। ਕੀਤਾ ਤੁਸੀਂ, ਧੰਨ ਹੋ ਤੁਸੀਂ। ਹਾਂਜੀ, ਕਰ ਨਾ ਸਕੈ ਕੋ ਕਰਿਓ ਸੋ ਐਸੇ। ਕੋਈ ਨਹੀਂ ਇਹੋ ਜਿਹਾ ਕੰਮ ਕਰ ਸਕਦਾ। ਤੁਸੀਂ ਜੋ ਕੀਤਾ ਹੈ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਹਾਂਜੀ, ਜਾਣੇ ਭਏ ਰਬਾਬੀ ਦੀਨ। ਤੁਸੀਂ ਇਹਨਾਂ ਗੁਰੂ ਘਰ ਦੇ ਰਬਾਬੀਆਂ ਨੂੰ, ਆਪਣੇ ਦਰ ਤੇ ਆਇਆ ਹੋਇਆਂ ਨੂੰ ਨਿਵਾਜਿਆ ਹੈ। ਇਹਨਾਂ ਦੀ ਤੁਸੀਂ ਬਾਂਹ ਫੜੀ ਹੈ, ਇਹਨਾਂ ਦਾ ਤੁਸੀਂ ਭਲਾ ਕਰਾਇਆ ਹੈ। ਗੁਰੂ ਘਰ ਨਾਲੋਂ ਟੁੱਟਿਆ ਹੋਇਆਂ ਨੂੰ ਗੁਰੂ ਘਰ ਨਾਲ ਜੋੜਿਆ ਹੈ। ਸਾਧ ਸੰਗਤ ਜੀ, ਜੋੜਨ ਵਰਗਾ ਪੁੰਨ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਕਿਸੇ ਨੂੰ ਪ੍ਰੇਰ ਕੇ ਗੁਰੂ ਘਰ ਲਿਆਣਾ, ਗੁਰੂ ਦੀ ਮਹਿਮਾ ਸੁਣਾਣੀ, ਗੁਰੂ ਨਾਲ ਜੋੜਨਾ, ਇਹ ਪੁੰਨ ਹੈ। ਗੁਰੂ ਨਾਲ ਤੋੜ ਦੇਣਾ, ਨਾਸਤਕ ਬਣਾ ਦੇਣਾ, ਇਹ ਪਾਪ ਹੈ। ਤੋ ਗੁਰੂ ਸਾਹਿਬ ਜੀ ਨਾਲ ਤੁਸੀਂ ਜੋੜਿਆ ਇਹਨਾਂ ਨੂੰ, ਇਹ ਤੁਹਾਡਾ ਬੜਾ ਵੱਡਾ ਪਰਉਪਕਾਰ ਹੈ। ਹਾਂਜੀ, ਦੁਆਪਰ ਬਿਖੈ ਕੁਵੇਖ ਦਿਖਾਇਓ। ਔਰ ਲਾਹੌਰ ਵਿੱਚ, ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਪਣਾ ਮੂੰਹ ਕਾਲਾ ਕਰਕੇ ਇੱਦਾਂ ਤੁਸੀਂ ਆਏ ਹੋ। ਇਹ ਕੋਈ ਸੌਖਾ ਕੰਮ ਨਹੀਂ। ਇਹ ਕੋਈ ਬਹੁਤ ਵੱਡੀ ਅਵਸਥਾ ਵਾਲਾ ਕੋਈ ਬ੍ਰਹਮ ਗਿਆਨੀ ਕਰ ਸਕਦਾ। ਘੁਆਉਣ ਵਾਲਾ ਬ੍ਰਹਮ ਗਿਆਨੀ ਤਾਂ ਨਹੀਂ ਕਰ ਸਕਦਾ। ਸੱਚੇ ਮੁੱਚੀ ਬ੍ਰਹਮ ਗਿਆਨੀ ਹੋਵੇ। ਅੱਜ ਕੱਲ੍ਹ ਕਈ ਮੇਰੇ ਵਰਗੇ ਘੁਆਈ ਜਾਂਦੇ ਬ੍ਰਹਮ ਗਿਆਨੀ। ਅਖੀਰ ਜੀ ਬ੍ਰਹਮ ਗਿਆਨੀ, ਖੀਰ ਖਾਣ ਨੂੰ ਬ੍ਰਹਮ ਗਿਆਨੀ ਸਾਰੇ ਬਣ ਜਾਂਦੇ। ਤੱਤੀ ਤਵੀ ਤੇ ਬਹਿਣ ਵਾਲਾ ਬ੍ਰਹਮ ਗਿਆਨੀ ਨਹੀਂ ਲੱਭਦਾ ਕੋਈ। ਆਖੋ ਸ੍ਰੀ ਵਾਹਿਗੁਰੂ। ਤੱਤੀ ਤਵੀ ਤੇ ਬਹਿਣ ਵਾਲਾ ਬ੍ਰਹਮ ਗਿਆਨੀ ਕੋਈ ਵਿਰਲਾ ਹੀ ਹੈ। ਕਠਨ ਘਾਲਣਾ ਕਰਨ ਵਾਲਾ, ਬੰਦ ਬੰਦ ਕਟਾ ਲੈਣ ਵਾਲਾ, ਖੋਪਰੀ ਲਵਾ ਲੈਣ ਵਾਲਾ ਕੋਈ ਹੁੰਦਾ। ਤੇ ਉੱਦਾਂ ਦੇ ਖੀਰ ਕੜਾਹ ਨੂੰ ਖਾਣ ਨੂੰ ਮੈਂ ਵੀ ਬ੍ਰਹਮ ਗਿਆਨੀ ਬਣ ਜਾਣਾ, ਤੁਸੀਂ ਵੀ ਬਣ ਜਾਣਾ। ਪਰ ਭਾਈ ਪਰ ਲੱਦਾ ਜੀ ਵਰਗੇ ਬਣਨਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਤੁਸੀਂ ਧੰਨ ਹੋ ਭਾਈ ਲੱਦਾ ਜੀ, ਧੰਨ ਹੋ ਤੁਸੀਂ। ਹਾਂਜੀ, ਅਰਜ਼ ਗੁਜ਼ਾਰ ਕੀਏ ਦੁਖਹੀਨ। ਤੁਸੀਂ ਇਹਨਾਂ ਦੀ ਸਾਡੇ ਕੋਲ ਸਿਫਾਰਿਸ਼ ਕੀਤੀ, ਇਹਨਾਂ ਦੇ ਦੁੱਖ ਦੂਰ ਕਰਾ ਦਿੱਤੇ ਹਨ।
ਸਾਰ ਮਹਾ ਸਿਮਰਨ ਸਤਨਾਮ। ਸੋ ਮਹਾਰਾਜ ਜੀ ਹੁਣ ਅੱਗੇ ਉਪਦੇਸ਼ ਭਾਈ ਲੱਦਾ ਜੀ ਨੂੰ ਵੀ ਦੇਣਗੇ, ਨਾਮ ਦਾ ਉਪਦੇਸ਼। ਕਹਿੰਦੇ ਭਾਈ ਨਾਮ ਜਪੋ, ਸਿਮਰਨ ਕਰੋ। ਤੇ ਇਹਨਾਂ ਨੂੰ ਵੀ ਗੁਰੂ ਘਰ 'ਚ ਕੀਰਤਨ ਕਰਨ ਦੀ ਸੇਵਾ ਦੁਬਾਰਾ ਮਿਲ ਗਈ। ਫਿਰ ਗੁਰੂ ਘਰ 'ਚ ਉਸੇ ਤਰ੍ਹਾਂ ਹੀ ਭਾਈ ਸੱਤਾ ਜੀ, ਬਲਵੰਡਾ ਜੀ ਜੀਵਨ ਭਰ ਸੇਵਾ ਨਿਭਾਈ। ਸਨਮੁਖ ਹੋਏ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹ ਗਈ। ਸਰੀਰ ਛੱਡ ਕੇ ਸਿੱਧੇ ਸੱਚਖੰਡ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਗਏ। ਜਨਮ ਮਰਨ ਕੱਟਿਆ ਗਿਆ। ਇਹ ਬਚਨ ਪਾਤਸ਼ਾਹ ਜੀ ਦੀ ਬਾਣੀ ਦੇ ਆਪ ਜੀ ਨੂੰ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਹੇ ਗੋਬਿੰਦ, ਹੇ ਗੋਪਾਲ।